देश दुनिया च वसदे पंजाबियों को खुशामदीद। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने सरदार नरेंद्रपाल सिंह। सरदार साहब, सियासत विच घटनावां दा वेग इन्ना तीबर हो जू, मैनूं कोई उम्मीद नहीं सी। उम्मीद सानूं भी नहीं सी जी, लेकिन जो अज सवेरे घटनाक्रम वेखण नूं मिलिया उते सिर्फ इन्ना महसूस होया कि सज्जणा ने फुੱਲ मारिया, साडी रूह अंबरां तक रोई। जिन्हें कदी संकट मोचक बन के साथ दिता होवे, हाँ। जिन्हें औखे हालातां दे विच बाह फड़ी होवे, बिल्कुल, जिन्हें तुहानूं सौंहां चुकाउण वेले हाज़री भरी होवे, जिन्हें तुहाडे राज नूं राज ना समझिया होवे, जी तुहानूं सरपरस्ती दित्ती होवे, हाँ। ਉਹ ਤੁਹਾਡੇ ਨਾਲੋਂ ਵਿੱਥ ਬਣਾ ਜੇ, ਦਰਦ ਤੇ ਹੁੰਦਾ। देखो दर्द होना ਜ਼ਰੂਰੀ ਆ ਕਿ ਜਦੋਂ ਜਿਹੜਾ ਤੁਹਾਡਾ ਸੱਤਾ ਦਾ ਮਹਿਲ ਉਸਰਿਆ ਹੋਇਆ ਉਹਦੇ ਵਿੱਚ ਅਹਿਮ ਇੱਟ ਉਹਨਾਂ ਦੀ ਲੱਗੀ ਹੋਵੇ ਤੇ ਅੱਜ ਉਹਨਾਂ ਨੂੰ ਮਹਿਸੂਸ ਹੋਵੇ ਕਿ ਵਾਕਿਆ ਹੀ ਤੁਸੀਂ ਕੋਈ ਐਸਾ ਕਦਮ ਚੁੱਕ ਚੁੱਕੇ ਹੋ ਜਿਹਦੇ ਨਾਲ ਤੁਹਾਡਾ ਜਿਹੜਾ ਪਹਿਲਾਂ ਥੋੜਾ ਜਿਹਾ ਬਚਾਇਆ ਹੋਇਆ ਰੂਪ ਸੀ ਉਹਨੂੰ ਵੀ ਖੋਰਾ ਲੱਗ ਸਕਦਾ। ਦੋਸਤੋ, 6 ਜੂਨ ਵਾਲੇ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਇੱਕ ਸਟੇਟਮੈਂਟ ਦਿੱਤੀ ਜਾਂਦੀ ਹੈ। ਕਿਸੇ ਪੱਤਰਕਾਰ ਦੇ ਪੁੱਛਣ ਤੋਂ ਬਾਅਦ ਬੜੀ ਸਹਿਜ ਸੁਭਾਅ ਆਈ ਸਟੇਟਮੈਂਟ ਆ। ਅਮੂਮਨ ਜਿੱਦਾਂ ਅਸੀਂ ਸੋਚਦੇ ਹਾਂ, ਰੈਸ਼ਨਲ ਸੋਚ ਨਾਲ ਤੇ ਇਹ ਸੀ ਕਿ ਉਹ ਤੋਂ ਬਚਿਆ ਜਾ ਸਕਦਾ ਸੀ, ਔਰ ਜੇਕਰ ਵਿਧੀਵਤ ਤਰੀਕੇ ਨਾਲ ਉਹ ਗੱਲ ਕਹਿਣੀ ਸੀ ਤੇ ਫਿਰ ਉਹਦੇ ਹੋਰ ਬੜੇ ਤਰੀਕੇ ਸੀ। ਫਿਰ ਤੁਹਾਨੂੰ ਹੋਮਵਰਕ ਕਰਕੇ ਆਉਣਾ ਪੈਂਦਾ, ਫਿਰ ਤੁਹਾਨੂੰ ਆਪਣਾ ਸਾਰਾ ਢਾਂਚਾ ਦੱਸਣਾ ਪੈਂਦਾ ਕਿ ਇਹਦੇ ਪਿੱਛੇ ਸਾਡਾ ਮਕਸਦ ਕੀ ਹੈ ਔਰ ਇਹਦੀ ਪ੍ਰਾਪਤੀ ਕੀ ਹੈ। ਔਰ ਜਿਸ ਵੇਲੇ ਇਹ ਗੱਲ ਕਹੀ ਜਾਂਦੀ ਹੈ, ਉਸ ਪੱਤਰਕਾਰ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਨੇ, ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਬੈਠੇ ਹੋਏ ਨੇ। ਸਾਡੇ ਤੇ ਵੀ ਬੜੇ ਸਵਾਲ ਉੱਠੇ। ਅਸੀਂ ਬੀਤੇ ਦਿਨ ਇੱਥੇ ਪ੍ਰੋਗਰਾਮ ਕੀਤਾ ਸੀਗਾ ਔਰ ਅਸੀਂ ਕੁਝ ਸਵਾਲ ਉਠਾਏ ਸੀ, ਬਣਦੇ ਵੀ ਹੈ। ਔਰ ਅਸੀਂ ਇਹ ਸਵਾਲ ਉਠਾਉਣ ਲੱਗਿਆ ਇਹ ਨਹੀਂ ਸੋਚਦੇ ਕਿ ਸਾਡੀ ਕੋਈ ਆਲੋਚਨਾ ਕਰੂਗਾ ਜਾਂ ਸਾਡੀ ਸਿਫਤ ਕਰੂਗਾ। ਸਾਡਾ ਇੱਕ ਕੰਮ ਹੈ, ਫਰਜ਼ ਹੈ। ਜੇ ਨਹੀਂ ਕਰਦੇ ਤੇ ਮੇਰੇ ਖਿਆਲ ਕੁਦਰਤੀ ਆਪਣੇ ਅਸੀਂ ਕੰਮ ਨਾਲ ਨਾਇਨਸਾਫੀ ਕਰਦੇ ਹਾਂ। ਔਰ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੋ ਗਿਆ ਸੀਗਾ ਕਿ ਕੀ ਜੋ ਕੁਝ ਵਾਪਰ ਰਿਹਾ ਇਹ ਪ੍ਰੀ ਪਲਾਨਡ ਆ, ਇਹ ਸਾਰਾ ਕੁਝ ਪਲੈਨਿੰਗ ਨਾਲ ਕੀਤਾ ਗਿਆ। ਲੇਕਿਨ ਅੱਜ ਜਦੋਂ ਸਭ ਤੋਂ ਵੱਡਾ ਝਟਕਾ ਲੱਗਦਾ ਹੈ ਬਾਦਲ ਕਿਆਂ ਨੂੰ, ਬਾਦਲ ਪਰਿਵਾਰ ਨੂੰ, ਅਕਾਲੀ ਦਲ ਬਾਦਲ ਨੂੰ। ਹੁਣ ਅਕਾਲੀ ਦਲ ਬਾਦਲ ਨੂੰ ਇਸ ਕਰਕੇ ਵੀ ਲੱਗਦਾ ਹੈ ਕਿ ਤੁਹਾਡਾ ਸਭ ਤੋਂ ਪੁਰਾਣਾ ਜਿਹੜਾ ਸਾਥੀ ਹੈ, ਜਿਹੜਾ ਮੀਡੀਆ ਦੇ ਵਿੱਚ ਤੁਹਾਡੀ ਧਿਰ ਵਾਂਗ ਵਿਚਰਦਾ ਰਿਹਾ, ਇਹ ਅਸੀਂ ਨਹੀਂ ਕਹਿੰਦੇ, ਲੋਕ ਕਹਿੰਦੇ ਆ, ਤੁਹਾਡਾ ਰਾਹ ਦਸੇਰਾ ਆ। ਕੋਈ ਵੱਡੀ ਗੱਲ ਵੀ ਨਹੀਂ, ਥੋੜੀ ਬਹੁਤਾ ਉਲਾਰ ਹੋਣਾ ਵੀ ਕੋਈ ਵੱਡੀ ਗੱਲ ਨਹੀਂ ਹੁੰਦੀ। ਲੇਕਿਨ ਕਿਉਂਕਿ ਅਕਾਲੀ ਦਲ ਪੰਜਾਬੀਅਤ ਦੀ ਪਾਰਟੀ ਸੀ, ਸਿੱਖਾਂ ਦੀ ਪਾਰਟੀ ਸੀ, ਪੰਜਾਬੀਅਤ ਦੀ ਪਾਰਟੀ ਦੇ ਰਾਹ ਤੋਰਨ ਵਾਲਾ ਉਹੀ ਮੀਡੀਆ ਹੈ ਜੀ। ਸੋ ਉਹ ਅਖਬਾਰ ਜੇ ਆਪਣੇ ਸੰਪਾਦਕੀ ਸਫੇ ਦੇ ਉੱਤੇ ਧੱਜੀਆਂ ਉਡਾ ਕੇ ਰੱਖਦਾ, ਧੱਜੀਆਂ ਹੈਡਿੰਗ ਪੜੋ, ਗੈਰ ਜ਼ਿੰਮੇਵਾਰਾਨਾ ਬਿਆਨਬਾਜ਼ੀ। ਔਰ ਉਹ ਗੈਰ ਜ਼ਿੰਮੇਵਾਰਾਨਾ ਬਿਆਨਬਾਜ਼ੀ ਇਕੱਲੇ ਜਥੇਦਾਰ ਵੱਲ ਸਿੱਧਤ ਨਹੀਂ ਹੈ ਨਾ, ਉਹ ਇਹ ਵੀ ਕਿਹਾ ਗਿਆ ਕਿ ਕਿਹੜੀ ਧਿਰ ਕਾਬਜ਼ ਹੈ, ਜਥੇਦਾਰ ਕੌਣ ਲਾਉਂਦਾ ਹੈ, ਜਥੇਦਾਰ ਕਾਰਜਕਾਰੀ ਹੈ, ਕਿੰਨੇ ਸਵਾਲ ਉਠਾਏ ਗਏ। ਇਹਦਾ ਮਤਲਬ ਬੇਵਿਸ਼ਵਾਸੀ ਦਾ ਆਲਮ ਬੜੀ ਦੂਰ ਤੱਕ ਫੈਲਿਆ। ਦੇਖੋ, ਜਦੋਂ ਗੈਰ ਜਿਹੜੇ ਸੀ ਤੁਹਾਡੇ ਸਿਆਸੀ ਵਿਰੋਧੀ ਸੀ, ਜਦੋਂ ਉਹ ਦੋਸ਼ ਲਾਉਂਦੇ ਸੀ ਕਿ ਜਥੇਦਾਰ ਕਿਹਦੇ ਲਿਫਾਫੇ ਚੋਂ ਨਿਕਲਦਾ, ਸ਼੍ਰੋਮਣੀ ਕਮੇਟੀ ਪ੍ਰਧਾਨ ਕਿਹਦੇ ਲਿਫਾਫੇ ਚੋਂ ਨਿਕਲਦਾ, ਤੇ ਉਸ ਵੇਲੇ ਅਸੀਂ ਇਹ ਪੱਖ ਰੱਖਦੇ ਸਾਂ ਜਾਂ ਇਹਨਾਂ ਦੋਸ਼ਾਂ ਨੂੰ ਨਕਾਰ ਦਿੰਦੇ ਸਾਂ ਕਿ ਸਾਡੀ ਤੇ ਦਖਲਅੰਦਾਜ਼ੀ ਨਹੀਂ ਹੈ। ਲੇਕਿਨ ਅੱਜ ਆਪਣਾ ਹੀ ਸ਼ਖਸ ਜਿਹੜਾ ਆ, ਆਪਣਾ ਕਰੀਬੀ ਆ, ਉਹ ਦੱਸ ਰਿਹਾ ਕਿ ਜਥੇਦਾਰ ਅਕਾਲ ਤਖਤ ਸਾਹਿਬ ਕੌਣ ਨੇ ਔਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਿਹਦੇ ਲਿਫਾਫੇ ਚੋਂ ਨਿਕਲਦਾ। ਲਿਫਾਫਿਆਂ ਦੀ ਗੱਲ ਕੋਈ ਮੰਨਦਾ ਹੀ ਨਹੀਂ ਸੀ। ਔਰ ਵੈਸੇ ਮੈਂ ਤੁਹਾਨੂੰ ਦੱਸਾਂ, ਲਿਫਾਫਾ ਬਦਨਾਮ ਹੋ ਗਿਆ। ਗੱਲ ਲਿਫਾਫੇ ਦੀ ਨਹੀਂ, ਮੈਂ ਤੇ ਕਿੰਨੇ ਸਾਲਾਂ ਤੋਂ ਵੇਖਦਾ ਹੁੰਦਾ, ਇੱਕ ਪਰਚੀ ਜੀ ਤੇ ਨਾਂ ਲਿਖਿਆ ਹੁੰਦਾ। ਹੁਣ ਤੇ ਉਹ ਵੀ ਨਹੀਂ ਲਿਖਦੇ, ਜਾ ਕੇ ਕੰਨ 'ਚ ਫੂਕ ਮਾਰ ਦਿੰਦੇ ਆ ਜਿਹਨੇ ਨਾਂ ਪ੍ਰਪੋਜ਼ ਕਰਨਾ ਨਹੀਂ। ਤੁਸੀਂ ਜੇ ਕਿਤੇ ਜਨਰਲ ਹਾਊਸ ਸ਼੍ਰੋਮਣੀ ਕਮੇਟੀ ਦਾ ਦੇਖੋ ਤੇ ਪਿੱਛੋਂ ਲਿਫਾਫਾ ਹੀ ਹੁੰਦਾ ਲਿਫਾਫਾ, ਉਹ ਲਿਫਾਫੇ 'ਚੋਂ ਪਰਚੀਆਂ ਬਾਹਰ ਨਿਕਲਦੀਆਂ ਨੇ। ਅੱਛਾ। ਖੈਰ, ਅਸੀਂ ਫਿਰ ਮੁੱਦੇ ਤੇ ਆਈਏ। ਅਸੀਂ ਥੋੜਾ ਲਾਈਟ ਹੋ ਜਾਂਦੇ, ਇਸ ਕਰਕੇ ਹੋ ਜਾਂਦੇ ਕਿ ਤੁਸੀਂ ਬਹੁਤ ਸੀਰੀਅਸ ਨਾ ਹੋਇਓ। ਸਿਆਸਤਾਂ ਚੱਲਦੀਆਂ ਰਹਿਣੀਆਂ, ਤੁਸੀਂ ਘਰ ਵੀ ਚਲਾਉਂਦੇ ਰਹੋ। ਬਹੁਤ ਵੱਡਾ ਸਵਾਲ ਇਹ ਆ ਕਿ ਜਦੋਂ ਅਕਾਲੀ ਦਲ ਬਾਦਲ ਲਈ ਵੈਸੇ ਹੀ ਇਹ ਸੰਕਟ ਸੀ, ਅਕਾਲੀ ਦਲ ਬਾਦਲ ਲਈ ਇਸ ਮੁੱਦੇ ਤੇ ਜਵਾਬ ਦੇਣਾ ਔਖਾ ਸੀ ਕਿਉਂਕਿ ਇਸ਼ਾਰਾ ਉਹਨਾਂ ਵੱਲ ਹੋ ਰਿਹਾ ਸੀ। ਬਾਰ-ਬਾਰ ਇਹ ਕਿਹਾ ਜਾਂਦਾ ਹੈ ਕਿ ਪ੍ਰਧਾਨ ਸ਼੍ਰੋਮਣੀ ਕਮੇਟੀ ਕਾਰਜਕਾਰੀ ਜਥੇਦਾਰ ਜੋ ਫੈਸਲੇ ਨੇ ਉਹ ਵੱਡੇ ਪੱਧਰ ਤੇ ਰਲ ਕੇ ਲਏ ਜਾਂਦੇ, ਸਿਰ ਜੋੜੇ ਜਾਂਦੇ। ਬਿਲਕੁਲ ਠੀਕ ਹੈ। ਉਸ ਵੇਲੇ ਇਹ ਇੱਕ ਵੱਡਾ ਹਮਲਾ ਸੰਪਾਦਕੀ ਦੇ ਰੂਪ 'ਚ ਸਿਰਫ ਤੇ ਸਿਰਫ ਬਾਦਲ ਕਿਆਂ ਤੇ ਨਹੀਂ ਹੈ, ਅਕਾਲੀ ਦਲ ਤੇ ਨਹੀਂ ਹੈ, ਦੂਜੀ ਤੀਜੀ ਕਤਾਰ ਦੇ ਆਗੂਆਂ ਦੇ ਵਿੱਚ ਇੱਕ ਹੜਕੰਪ ਮਚਾਉਣ ਵਾਲਾ ਹੈ।
ਕਿ ਆਖਰ ਫਿਰ ਸਾਡੇ ਨਾਲ ਹੈ ਕੌਣ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਮੰਨ ਲਓ ਬੇਭਰੋਸਗੀ ਬੇਵਿਸ਼ਵਾਸੀ ਦਾ ਇਹ ਵਾਤਾਵਰਨ ਉੱਥੇ ਤੱਕ ਫੈਲਦਾ ਹੈ, ਅੱਛਾ ਜਿਹੜੇ ਸਾਡੇ ਸੀ ਉਹ ਵੀ ਚਲੇ ਗਏ, ਦੂਰੀ ਬਣਾ ਗਏ, ਇਹਦਾ ਫਾਇਦਾ ਇਹ ਵਿਰੋਧੀਆਂ ਨੂੰ ਹੁੰਦਾ ਹੈ, ਤੁਹਾਡੇ ਜਿਹੜੇ ਸ਼ਰੀਕ ਹੁੰਦੇ ਉਹਨਾਂ ਨੂੰ ਹੁੰਦਾ। ਤੇ ਜੇ ਇਹ ਵੀ ਸਵਾਲ ਨਾਲ ਖੜਾ ਹੋ ਜਾਏ ਕਿ ਸ਼ਰੀਕਾਂ ਨਾਲ ਵੀ ਉਹਨਾਂ ਦੀ ਸਾਂਝ ਹੈ, ਤੇ ਫਿਰ ਹੋਰ ਸੰਕਟ ਗਹਿਰੇ ਹੋ ਜਾਂਦੇ, ਸੰਘਣੇ ਹੋ ਜਾਂਦੇ। ਜਦੋਂ ਸੰਪਾਦਕੀ ਦੇ ਵਿੱਚ ਇਹ ਦਰਜ ਕੀਤਾ ਗਿਆ ਜੀ ਕਿ ਜੋ ਪਿਛਲਾ ਸੰਤਾਪ ਹੈ ਉਹ ਵੀ ਕਿਤੇ ਲੀਡਰਸ਼ਿਪ ਦੀ ਦੋਗਲੀ ਨੀਤੀ ਦਾ ਨਤੀਜਾ ਸੀ ਜੀ, ਔਰ ਜੋ ਪੰਜਾਬ ਦੇ ਵਿੱਚ ਵਾਪਰਿਆ ਉਹ ਸਾਰਾ ਉਹਦਾ ਹੀ ਕਾਰਾ ਸੀ ਜੀ। ਉਹ ਕਹਿੰਦੇ ਕਿ ਬੜੀ ਮੁਸ਼ਕਲ ਤੇ ਸਭ ਕੁਝ ਬਚਾਇਆ, ਇਸ ਪੰਜਾਬ ਨੂੰ ਕਿਤੇ ਲੀਹ ਤੇ ਤੋਰਿਆ ਜੀ। ਔਰ ਅੱਜ ਜਦੋਂ ਜਥੇਦਾਰ ਸਾਹਿਬ ਵਾਸਤੇ ਉਹਨਾਂ ਨੇ ਸ਼ਬਦ ਵਰਤਿਆ ਕਿ ਕਾਰਜਕਾਰੀ ਨੇ ਉਹ, ਜੀ ਜਦੋਂ ਬਿਆਨ ਦੇ ਰਹੇ ਨੇ ਤੇ ਉਸ ਵੇਲੇ ਕੱਲੇ ਉਹ ਸਮੁੱਚੇ ਸੰਸਾਰ ਦੇ ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰ ਰਹੇ, ਕਿਉਂਕਿ ਸਿੱਖ ਜੋ ਇਸ ਸੰਪਾਦਕੀ 'ਚ ਹੈ ਕਿ ਸਿੱਖ ਦੁਨੀਆ ਦੇ ਹਰ ਖਿੱਤੇ 'ਚ ਹੈ, ਆਪੋ ਆਪਣੇ ਕਰਮ ਦੇ ਅਨੁਸਾਰ ਉੱਥੇ ਸਥਾਪਿਤ ਹੈ ਜੀ। ਔਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਇਸ ਬਿਆਨ ਨੂੰ ਸੰਸਾਰ ਦੇ ਸਮੁੱਚੇ ਸਿੱਖਾਂ ਦੀ ਜਿਹੜੀ ਪ੍ਰਤੀਨਿਧਤਾ ਮੰਨ ਲੈਣਾ ਇਹ ਕਦਾਚਿਤ ਸਹੀ ਨਹੀਂ ਹੋਵੇਗਾ। ਬਿਲਕੁਲ ਠੀਕ ਹੈ। ਅਸੀਂ ਹੁਣ ਜੇਕਰ ਉਸ ਮੁੱਦੇ ਨੂੰ ਛੱਡ ਦਈਏ, ਦੋ ਪਲ ਲਈ ਪਾਸੇ ਰੱਖ ਦਈਏ, ਜੋ ਉਹਨਾਂ ਨੇ ਕਿਹਾ ਤੁਸੀਂ ਪੜ੍ਹ ਸਕਦੇ ਹੋ, ਅਖਬਾਰਾਂ ਸਾਰੀਆਂ ਦੇਖ ਸਕਦੇ ਹੋ, ਸੰਕੇਤ ਮਾਤਰ ਅਸੀਂ ਗੱਲ ਕਰ ਰਹੇ ਹਾਂ, ਲੇਕਿਨ ਇਸ ਤੋਂ ਅਗਲੀ ਗੱਲ ਤੋਰੀਏ ਕਿ ਇੱਕ ਨਲਵੀ ਜਿਹੜੇ ਹਰਿਆਣੇ ਤੋਂ ਦਿਦਾਰ ਸਿੰਘ ਨਲਵੀ ਸਰਦਾਰ ਜਥੇਦਾਰ ਦਿਦਾਰ ਸਿੰਘ ਨਲਵੀ, ਉਹਨਾਂ ਨੇ ਇੱਕ ਸਵਾਲ ਉਠਾਇਆ ਸੀ ਔਰ ਉਹਨਾਂ ਨੇ ਬੜਾ ਸਵਾਲ ਜਾਇਜ਼ ਉਠਾਇਆ। ਮੈਨੂੰ ਵੀ ਲੱਗਿਆ ਕੱਲ ਗੱਲ ਅਸੀਂ ਵੀ ਇਹੀ ਕਰਦੇ ਸੀ ਕਿ ਜੇਕਰ ਤੁਸੀਂ ਹੱਦਾਂ ਸਰਹੱਦਾਂ ਨੂੰ ਧਿਆਨ 'ਚ ਰੱਖੇ ਬਿਨਾਂ ਕੋਈ ਗੱਲ ਕਰਦੇ ਹੋ ਤੇ ਗੱਲ ਅਹਿਮਕਾਨਾ ਹੁੰਦੀ ਜੀ। ਜੇਕਰ ਤੁਸੀਂ ਗਰਾਊਂਡ ਰਿਐਲਿਟੀਜ਼ ਨੂੰ, ਤੁਸੀਂ ਪ੍ਰੈਕਟੀਕੈਲਿਟੀਜ਼ ਨੂੰ, ਤੁਸੀਂ ਜਿਹੜੇ ਉਹਦੇ ਪੋਜ਼ਿਟਿਵ ਨੈਗੇਟਿਵ ਆ ਉਹਨੂੰ ਵਿਚਾਰੇ ਬਿਨਾਂ ਕੋਈ ਗੱਲ ਕਰਦੇ ਹੋ, ਤੁਸੀਂ ਹਵਾ 'ਚ ਤੀਰ ਚਲਾਉਂਦੇ ਹੋ। ਔਰ ਵੱਡੇ ਅਹੁਦਿਆਂ ਤੇ ਬੈਠੇ ਲੋਕਾਂ ਲਈ ਇਹ ਸ਼ਾਇਦ ਵਧੀਆ ਨਹੀਂ ਹੁੰਦਾ। ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਬਹੁਤ ਸਨਮਾਨ ਕਰਦੇ ਹਾਂ, ਉਹ ਇਸ ਗੱਲ ਨੂੰ ਸਪਸ਼ਟ ਕਰ ਦਿੰਦੇ ਤੇ ਸ਼ਾਇਦ ਮੇਰੇ ਖਿਆਲ ਸਾਡੇ ਵਰਗੀਆਂ ਬਹਿਸਾਂ ਖਤਮ ਹੋ ਜਾਂਦੀਆਂ। ਅਸੀਂ ਜਥੇਦਾਰ ਸਾਹਿਬ ਨੂੰ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਜਾਂ ਉਹਦੀ ਮਾਣ ਨੂੰ ਅਸੀਂ ਬਿਲਕੁਲ ਟੱਚ ਨਹੀਂ ਕਰਨਾ ਚਾਹੁੰਦੇ, ਉਹ ਸਾਡੇ ਲਈ ਉਹ ਸਰਵਉੱਚ ਹੈ। ਲੇਕਿਨ ਸਵਾਲ ਇਹ ਹੈ ਕਿ ਜਿੰਨਾ ਪੱਧਰਾਂ ਤੇ ਹੁਣ ਬਹਿਸ ਚੱਲੇਗੀ ਆ ਉਹਨਾਂ ਪੱਧਰਾਂ ਦੇ ਉੱਤੇ ਫਾਇਦਾ ਘੱਟ ਨੁਕਸਾਨ ਜ਼ਿਆਦਾ। ਠੀਕ ਹੈ ਜੀ। ਉਹ ਜਿਹੜੇ ਵਿਸ਼ਵਾਸ ਬਣਦੇ ਆ ਫਿਰ ਤਿੜਕ ਜਾਂਦੇ। ਹਾਂ, ਅਸੀਂ ਕੋਈ ਕਿਸੇ ਹਿੰਦੂਵਾਦੀ ਨੀਤੀ ਦੇ ਹਮਾਇਤੀ ਨਹੀਂ, ਜਿਵੇਂ ਕੁਝ ਲੋਕਾਂ ਨੇ ਲਿਖਿਆ, ਸਾਨੂੰ ਕਮੈਂਟ ਵੀ ਆਏ ਇਸ ਤਰ੍ਹਾਂ ਦੇ, ਜਿਹਦੇ ਵਿੱਚ ਕੁਝ ਲੋਕਾਂ ਦੀਆਂ ਮੇਲਸ ਵੀ ਆਈਆਂ ਕਿ ਉਹ ਜਦੋਂ ਕਹਿੰਦੇ ਆ ਤੇ ਤੁਸੀਂ ਉਦੋਂ ਕਿਉਂ ਨਹੀਂ ਬੋਲਦੇ, ਅਸੀਂ ਕਿਉਂ ਬੋਲੀਏ। ਅਸੀਂ ਤਾਂ ਕਹਿੰਦੇ ਆ ਜਦੋਂ ਕਹਿੰਦੇ ਕਿ ਹਿੰਦੂ ਰਾਸ਼ਟਰ ਹੈ, ਅਸੀਂ ਕਹਿੰਦੇ ਤੁਸੀਂ ਸਾਂਭ ਲਓ ਆਪਣਾ। ਸਾਡੀ ਤਾਂ ਵੱਖਰੀ ਪਛਾਣ ਹੈ, ਸਾਨੂੰ ਸਾਡਾ ਸੰਵਿਧਾਨ ਇਹ ਵੱਖਰੀ ਪਛਾਣ ਦਿੰਦਾ ਹੈ। ਔਰ ਦੂਜੀ ਗੱਲ ਇਹ ਆ ਕਿ ਸਾਡੀ ਪਛਾਣ ਅਸੀਂ ਜਨਮ ਤੋਂ ਲੈ ਕੇ ਆਏ ਹਾਂ, ਸਾਨੂੰ ਕੋਈ ਸਰਟੀਫਿਕੇਟ ਦੀ ਲੋੜ ਨਹੀਂ। ਠੀਕ ਹੈ, ਅਸੀਂ ਸਿੱਖ ਹਾਂ ਤੇ ਸਿੱਖ ਹਾਂ। ਲੇਕਿਨ ਇਹਦੇ ਵਿੱਚ ਬਹਿਸ 'ਚ ਪੈਣ ਦੀ ਕੀ ਲੋੜ ਆ? ਜੇ ਅਸੀਂ ਸਿੱਖ ਹਾਂ ਤੇ ਮੰਨ ਲਓ ਸਾਡੀ ਕੋਲ ਤਾਂ ਬੜੀ ਵੱਡੀ ਵਿਚਾਰਧਾਰਾ, ਅਸੀਂ ਉਹਦਾ ਵਿਸਥਾਰ ਕਰੀਏ, ਅਸੀਂ ਆਪਣੀ ਲੀਕ ਲੰਮੀ ਕਰੀਏ, ਬਜਾਏ ਇਹਦੇ ਕਿ ਅਸੀਂ ਦੂਜੇ ਦੀ ਲੀਕ ਉੱਤੇ ਡਾਂਗਾ ਮਾਰੀਏ। ਇਹ ਇੱਕ ਐਸਾ ਸਵਾਲ ਹੈ ਜਿਹੜਾ ਸਾਡੇ ਬੁੱਧੀਮਾਨ ਲੋਕਾਂ ਨੂੰ, ਜਿਹੜੇ ਪੜ੍ਹਨ ਲਿਖਣ ਵੱਲ ਪ੍ਰੇਰਿਤ ਰਹਿੰਦੇ ਆ, ਰੋਚਿਤ ਰਹਿੰਦੇ ਆ, ਯੂਨੀਵਰਸਿਟੀਆਂ 'ਚ ਸਕਾਲਰ ਬੈਠੇ ਆ ਔਰ ਗੁਰੂ ਘਰਾਂ 'ਚ ਬੈਠੇ ਆ, ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਤਰ੍ਹਾਂ ਦੇ ਜਦੋਂ ਵੀ ਸੰਕਟ ਖੜੇ ਹੁੰਦੇ ਆ ਉਹਦੇ ਵਿੱਚ ਵਿਚਾਰਧਾਰਕ ਤੌਰ ਤੇ, ਸਿਧਾਂਤਕ ਤੌਰ ਤੇ ਅਗਵਾਈ ਦੇਣ। ਦੇਖੋ, ਸਵਾਲ ਬੜਾ ਸਾਫ਼ ਹੈ ਕਿ ਜਦੋਂ ਅਸੀਂ ਇਹ ਕਹਿੰਦੇ ਕਿ ਸ਼੍ਰੋਮਣੀ ਕਮੇਟੀ ਦੇ 170 ਚੁਣੇ ਹੋਏ ਨੁਮਾਇੰਦੇ ਨੇ ਜੀ, 15 ਨੁਮਾਇੰਦੇ ਨਾਮਜ਼ਦ ਨੇ ਜੀ, ਉਹ 15 ਨੁਮਾਇੰਦੇ ਵੱਖ-ਵੱਖ ਰਾਜਾਂ 'ਚੋਂ ਆਉਂਦੇ ਨੇ ਜੀ। ਵੈਸੇ ਹਰਿਆਣਾ, ਚੰਡੀਗੜ੍ਹ, ਹਿਮਾਚਲ ਤੇ ਪੰਜਾਬ ਜਿਹੜਾ ਉਹਦੇ 170 ਮੈਂਬਰ ਬਣਦੇ ਨੇ ਜੀ। ਔਰ ਕਿਤੇ ਨਾ ਕਿਤੇ ਦਿਦਾਰ ਸਿੰਘ ਨਲਵੀ ਜਿਹੜੇ ਨੇ ਉਹ ਆਪਣੀ ਜਗ੍ਹਾ ਤੇ ਸਹੀ ਨੇ। ਔਰ ਇਸੇ ਤਰ੍ਹਾਂ ਜਿਹੜਾ ਇਹਦਾ ਪ੍ਰਭਾਵ ਹੈ, ਜਿਸ ਹਿਸਾਬ ਨਾਲ ਆਪਣਾ ਅਖਬਾਰ ਨੇ ਲਿਖਿਆ, ਉਹਦਾ ਪ੍ਰਭਾਵ ਜਿਹੜਾ ਪੂਰੇ ਸੰਸਾਰ ਦੇ ਸਿੱਖਾਂ ਤੇ ਪੈਣਾ ਆ। ਔਰ ਉਹ ਸਾਫ਼ ਲਿਖ ਰਹੇ ਨੇ ਕਿ ਤੁਹਾਨੂੰ ਕੋਈ ਥਾਲੀ 'ਚ ਪਰੋਸ ਕੇ ਦੇ ਨਹੀਂ ਰਿਹਾ, ਜਿਹੜਾ ਤੁਸੀਂ ਕਹਿ ਰਹੇ ਹੋ ਵੀ ਸਾਨੂੰ ਦੇਣਗੇ। ਹਾਂ, ਤੁਹਾਨੂੰ ਕੋਈ ਦੇ ਨਹੀਂ ਰਿਹਾ। ਔਰ ਇੱਥੋਂ ਤੱਕ ਕਿ ਉਸ ਸੰਪਾਦਕੀ ਦੇ ਵਿੱਚ ਪੂਰੇ ਧਰਮ ਯੁੱਧ ਮੋਰਚੇ ਦੀ ਇੱਕ ਤਸਵੀਰ ਖਿੱਚੀ ਗਈ ਹੈ। ਸਰਦਾਰ ਸਾਹਿਬ ਇੱਕ ਹੋਰ ਪੱਖ ਰਹਿ ਗਿਆ ਜਿਹੜਾ ਆਪਾਂ ਅੱਗੇ ਨਾਲ ਲੈਂਦੇ ਜਾਈਏ। ਉਹ ਨਲਵੀ ਠੀਕ ਆਖਦੇ, ਕਹਿੰਦੇ ਜੇ ਸਾਨੂੰ ਹਰਿਆਣੇ ਵਾਲੀ ਕਮੇਟੀ ਤਾਂ ਅਜੇ ਤੱਕ ਤੁਹਾਨੂੰ ਦਿੱਤੀ ਨਾ, ਹਾਂ, ਅਗਲੇ ਤੁਹਾਨੂੰ ਕਿੱਦਾਂ ਦੇ ਦੇਣਗੇ? ਬਿਲਕੁਲ ਸਹੀ ਗੱਲ। ਜਿਹੜਾ ਤੁਸੀਂ ਦੇਣਾ ਸੀ ਉਹ ਤਾਂ ਦਿੰਦੇ ਜੀ। ਨਹੀਂ, ਖੁਦਮੁਖਤਾਰੀ ਜਾਂ ਬਾਕੀ ਜਿਹੜੀਆਂ ਕੋਈ ਮੰਗਦੇ ਰਾਈਟਸ ਆਪਣੇ, ਉਹ ਤਾਂ ਦਿੰਦੇ ਨਹੀਂ। ਇੱਕ ਹੋਰ ਸਵਾਲ ਜਿਹੜਾ ਬਹੁਤ ਅਹਿਮ ਸਰਦਾਰ ਸਾਹਿਬ ਖੜਾ ਹੁੰਦਾ ਹੈ ਕਿ ਫਿਰ
ਆਰਐਸਐਸ ਦੇ ਮੁਖੀ ਜਿਹੜੇ ਕਹਿੰਦੇ ਜੀ ਅਸੀਂ ਹਿੰਦੂ ਰਾਸ਼ਟਰ ਹੈ, ਜਿਓ ਤੇ ਸਾਡੇ ਵਿੱਚ ਕੀ ਫਰਕ ਰਹਿ ਗਿਆ? ਜੇ ਜ਼ਬਾਨੀ ਕੜਾਹ ਕਰਨਾ ਹੈ, ਹਾਂਜੀ ਮੈਨੂੰ ਦੱਸੋ, ਜੇ ਜ਼ਬਾਨੀ ਕੜਾਹ ਕਰਨਾ ਹੈ ਹਾਂ ਤੇ ਫਿਰ ਜਿਹੜੇ ਉਹ ਕਰਦੇ ਆ, ਕਦੇ ਅੱਜ ਤੱਕ ਦੇਸ਼ ਦੀ ਜਿਹੜੀ ਪਾਰਲੀਮੈਂਟ ਆ ਉਹਨੇ ਤੁਹਾਨੂੰ ਕਿਹਾ ਕਿ ਇਹ ਹਿੰਦੂ ਰਾਸ਼ਟਰ ਹੈ? ਹਾਂ ਇਹ ਬੜਾ ਅਹਿਮ ਸਵਾਲ ਹੈ। ਜੇ ਤੱਕ ਕਿਤੇ ਕਿਹਾ, ਜੇ ਮੈਂ ਗਲਤ ਹੋਊਂਗਾ, ਜੇ ਕਿਤੇ ਕਿਹਾ ਹੋਵੇਗਾ ਮੈਂ ਕਹਿ ਨਹੀਂ ਸਕਦਾ, ਲੇਕਿਨ ਮੇਰੇ ਧਿਆਨ 'ਚ ਇਸ ਤਰ੍ਹਾਂ ਦਾ ਨਹੀਂ ਕਿ ਜੇ ਸੰਵਿਧਾਨਕ ਅਹੁਦੇ ਤੇ ਬੈਠਾ ਕੋਈ ਬੰਦਾ ਕਵੇ, ਹੁਣ ਜੇਕਰ ਧਰਮਾਂ ਦੇ ਮੁਖੀ ਇਹ ਕਹਿਣਗੇ, ਉਹਨਾਂ ਦਾ ਰਾਈਟ ਬਣਦਾ ਉਹ ਜੋ ਮਰਜ਼ੀ ਕਹਿਣ, ਲੇਕਿਨ ਦੂਜਾ ਬੰਦਾ ਅਸੀਂ ਯੁੱਧ ਤੁਰ ਪਈਏ, ਅਸੀਂ ਤਾਂ ਵੈਸੇ ਨਹੀਂ ਮੰਨਦੇ, ਤੁਸੀਂ ਕਹੀ ਜਾਓ ਮੈਨੂੰ, ਮੇਰਾ ਨਾਮ ਬਦਲੀ ਜਾਓ, ਮੈਂ ਨਹੀਂ ਮੰਨਦਾ, ਤੇ ਕੀ ਫਰਕ ਪੈਂਦਾ? ਸਵਾਲ ਇਹ ਹੈ ਕਿ ਸਾਨੂੰ ਆਪਣੇ ਆਪ ਨੂੰ ਤਿਆਰ ਕਰਨਾ ਪਊਗਾ ਕਿ ਅਸੀਂ ਜਦੋਂ ਵੀ ਤਰਕ ਤੇ ਗੱਲ ਕਰਨੀ ਆ, ਕਿਉਂਕਿ ਗੁਰਬਾਣੀ ਤਾਂ ਸਾਨੂੰ ਗੋਸ਼ਟ ਲਈ ਕਹਿੰਦੀ ਆ, ਸੰਵਾਦ ਲਈ ਕਹਿੰਦੀ। ਬਾਬਾ ਨਾਨਕ ਤੇ ਸਾਰੀ ਉਮਰ ਸੰਵਾਦ 'ਚ ਹੀ ਰਹੇ, ਜਦੋਂ ਜੰਨੀਆਂ ਉਦਾਸੀਆਂ ਜਾਂ ਜੋ ਸਾਰਾ ਕੁਝ ਆ ਉਹ ਤਾਂ ਸੰਵਾਦ ਵਿੱਚ ਹੈ। ਇਹੋ ਜਦੋਂ ਤੁਸੀਂ ਹੁਣ ਬਾਬਾ ਨਾਨਕ ਦੀ ਗੱਲ ਕੀਤੀ, ਤੇ ਇਹ ਜ਼ਿਕਰ ਜਿਹੜਾ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਆ, ਉਹਦਾ ਜ਼ਿਕਰ ਇਸ ਸੰਪਾਦਕੀ ਵਿੱਚ ਹੈ। ਉਹ ਕਹਿੰਦੇ ਕਿ ਗੁਰੂ ਨਾਨਕ ਦੀਆਂ ਸਿੱਖਿਆਵਾਂ ਜਿਹੜੀਆਂ ਨੇ ਪੂਰੇ ਸੰਸਾਰ ਲਈ ਪ੍ਰੇਰਨਾਦਾਇਕ ਨੇ, ਔਰ ਗੁਰੂ ਨਾਨਕ ਦੀ ਵਿਚਾਰਧਾਰਾ ਕਿਸੇ ਇੱਕ ਖਿੱਤੇ ਤੱਕ, ਇੱਕ ਜਾਤ ਤੱਕ, ਇੱਕ ਬਰਾਦਰੀ ਤੱਕ ਸੀਮਤ ਰਹੀ ਹੈ ਜੀ। ਔਰ ਇੱਥੋਂ ਤੱਕ ਕਿਹਾ ਜਾਂਦਾ ਕਿ ਅਸੀਂ ਅੱਜ ਸਿੱਖ ਜਿਹੜੇ ਆ ਉਹ ਜਾਤਾਂ ਬਰਾਦਰੀਆਂ ਫਸੇ ਹੋਏ ਆ ਜੀ, ਔਰ ਸਿੱਖ ਹਿਰਦਾ ਇੰਨਾ ਕੁ ਵਿਸ਼ਾਲ ਆ ਕਿ ਉਹ ਸਾਰਿਆਂ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ। ਅੱਛਾ, ਇਹ ਤੋਂ ਅਗਲੀ ਗੱਲ ਜਿਹੜੀ ਆ, ਮੈਂ ਵੀ ਸਾਹਮਣੇ ਤੁਹਾਡੇ ਖੋਲ ਲਿਆ ਲੈਪਟਾਪ ਜੀ। ਤੇ, ਔਰ ਇਹ ਜਦੋਂ ਉਹ ਕਹਿ ਰਹੇ ਆ ਕਿ ਤੁਹਾਡੀ ਆਪਣੇ ਵਜ਼ੀਰ ਬੈਠੇ ਆ ਵਿੱਚ, ਹਾਂ ਨਾਂ ਲੈ ਕੇ ਕਹਿ ਰਹੇ, ਇਹਦੇ ਤੋਂ ਵੱਡਾ ਮਿਹਣਾ ਕੋਈ ਨਹੀਂ ਹੋ ਸਕਦਾ। ਦੇਖੋ ਉਹ ਕਹਿੰਦੇ ਆ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਕੇਂਦਰ ਸਰਕਾਰ ਦੀਆਂ ਸਿੱਖਾਂ ਪ੍ਰਤੀ ਨੀਤੀਆਂ ਤੋਂ ਬਹੁਤ ਖਫਾ ਹੋਏ ਨਜ਼ਰ ਆਉਂਦੇ, ਪਰ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਵੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੌਮੀ ਜਮਹੂਰੀ ਗੱਠਜੋੜ ਸਰਕਾਰ 'ਚ ਕੇਂਦਰੀ ਮੰਤਰੀ। ਇਹਦੇ ਤੋਂ ਪਛਾਂ ਜਾਓ, ਇਹ ਕੀ ਹੈ? ਇਹ ਵੀ ਜ਼ਿਕਰ ਕੀਤਾ ਕਿ ਕੋਈ ਵਕਤ ਸੀ ਪ੍ਰਕਾਸ਼ ਸਿੰਘ ਬਾਦਲ ਨੇ ਅਟਲ ਬਿਹਾਰੀ ਵਾਜਪਾਈ ਨੂੰ ਬਿਨਾਂ ਸ਼ਰਤ ਸਮਰਥਨ ਦੇ ਦਿੱਤਾ ਸੀ। ਹਾਂ, ਹੁਣ ਜਿਤਾਇਆ ਗਿਆ ਕਿ ਕਦੇ ਤੁਸੀਂ ਉਹਨਾਂ ਨੂੰ ਬਿਨਾਂ ਸ਼ਰਤ ਸਮਰਥਨ ਦਿੰਦੇ ਸੀ, ਲੇਕਿਨ ਅੱਜ ਜਿਹੜਾ ਤੁਸੀਂ ਇਹ ਮੁੱਦਾ ਉਠਾਇਆ, ਉਹ ਇੱਕ ਸੰਕੇਤ ਦਿੱਤਾ ਗਿਆ ਕਿ ਅੱਜ ਤੁਸੀਂ ਕਿੱਧਰ ਚੱਲੇ ਜੇ। ਅੱਛਾ, ਹੁਣ ਮੈਨੂੰ ਇਹ ਦੱਸੋ, ਹੁਣ ਕੀ ਹੋਊਗਾ? ਕੀ ਇਸ ਤੋਂ ਬਾਅਦ ਕੋਈ ਅਕਾਲੀ ਦਲ ਬਾਦਲ ਦਾ ਅਧਿਕਾਰਤ ਬਿਆਨ ਆਏਗਾ ਕਿ ਅਸੀਂ ਉਸ ਬਿਆਨ ਦੇ ਨਾਲੋਂ ਆਪਣੇ ਆਪ ਨੂੰ ਵੱਖ ਕਰਦੇ ਹਾਂ? ਨੰਬਰ 1। ਦੂਜੀ ਗੱਲ, ਉਸ ਅਖਬਾਰ ਦੇ ਦਫ਼ਤਰ ਲਈ ਪੌੜੀਆਂ ਚੜੀਆਂ ਜਾਣਗੀਆਂ, ਬੜਾ ਸਾਫ਼ ਹੈ। ਲੇਕਿਨ ਜੋ ਹੋ ਗਿਆ, ਜਿਹੜਾ ਡੈਮੇਜ ਸੀ ਉਹ ਹੋ ਗਿਆ। ਪਹਿਲੀ ਗੱਲ ਤੇ ਇਹ ਹੈ ਕਿ ਸਾਫ਼ ਕਰ ਦੇਣਾ ਬਣਦਾ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਇਹਨਾਂ ਸਵਾਲਾਂ ਦੇ ਜਵਾਬ ਦੇ ਰਹੇ ਨੇ ਵਿਵਾਦਤ ਮੁੱਦੇ ਦੇ ਉੱਤੇ ਜੀ, ਉਸ ਵੇਲੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਉੱਥੇ ਮੌਜੂਦ ਨੇ ਜੀ। ਉਸ ਵੇਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੀ ਮੌਜੂਦ ਨੇ, ਸਵਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਵੀ ਹੁੰਦਾ, ਔਰ ਅਗਰ ਕੋਈ ਐਸਾ ਸੀ, ਅਗਰ ਇਹ ਬਿਆਨ ਜਿਹੜਾ ਸੀ ਕਿਤੇ ਹਜਮ ਨਹੀਂ ਸੀ ਹੋਇਆ, ਤੇ ਫਿਰ ਸ਼੍ਰੋਮਣੀ ਕਮੇਟੀ ਦੀ ਜਿਹੜੀ ਕੱਲ ਕਾਰਜਕਾਰਣੀ ਹੋਈ ਹੈ, ਐਗਜ਼ੈਕਟਿਵ ਹੋਈ ਹੈ, ਉਹਦੇ 'ਚ ਕਿਹਾ ਜਾ ਸਕਦਾ ਸੀ। ਇੱਕ ਹੋਰ ਸਵਾਲ, ਅਗਲੇ ਕਹਿੰਦੇ ਕਿ ਕਿਸੇ ਵੀ ਵਿਦਵਾਨ ਨੇ ਜੀ ਅਜੇ ਤੱਕ ਕੋਈ ਵੱਖਰੇ ਰਾਜ ਦਾ ਕੋਈ ਨਕਸ਼ਾ ਤੇ ਪੇਸ਼ ਨਹੀਂ ਕੀਤਾ। ਜਿਹੜੇ ਸੰਤ ਜਰਨੈਲ ਸਿੰਘ ਸੀਗੇ, ਉਹਨਾਂ ਨੇ ਵੀ ਕਦੇ ਵੱਖਰੇ ਰਾਜ ਲਈ ਕੋਈ ਇਸ ਤਰ੍ਹਾਂ ਦਾ ਮੋਰਚਾ ਨਹੀਂ ਸੀ ਲਾਇਆ। ਕਪੂਰੀ ਵਾਲਾ ਮੋਰਚਾ ਜਿਹੜਾ ਸੀ, ਉਹ ਕਹਿੰਦੇ ਜੀ ਉਹਨੇ, ਫਿਰ ਉਹ ਕਹਿੰਦੇ ਆ ਕਿ ਜਿਹੜੀ ਅਕਾਲੀ ਲੀਡਰਸ਼ਿਪ ਸੀ ਜੀ, ਉਹ ਤੇ ਡਰ ਭੈ ਚ ਅਲੋਪ ਹੋ ਗਈ ਸੀ। ਹੁਣ ਦੇਖੋ ਇਹ ਕਿੱਡਾ ਵੱਡਾ ਹਮਲਾ ਹੈ, ਤੇ ਹੈ ਸੱਚ, ਦੇਰ ਬਾਅਦ ਬਾਹਰ ਨਿਕਲਿਆ ਸੱਚ ਹੈ। ਇਹ ਅਹਿਮ ਸਵਾਲ ਹੈ ਕਿ ਜਿਹੜੀਆਂ ਵੱਡੀਆਂ ਧਿਰਾਂ ਨੇ, ਜੇ ਭਾਵੇਂ ਉਹ ਪੱਤਰਕਾਰਤਾ ਦੇ ਖੇਤਰ 'ਚ ਹੈ ਜਾਂ ਉਹ ਕਿਸੇ ਵੀ ਖੇਤਰ 'ਚ ਹੈ, ਜਦੋਂ ਉਹ ਦੇਰ ਸਵੇਰ ਸੱਚ ਨਾਲ ਖਲੋਂਦੀਆਂ, ਚੰਗਾ ਲੱਗਣਾ ਬਣਦਾ। ਬਿਲਕੁਲ। ਇਹਦੇ 'ਚ ਇੱਕ ਚੀਜ਼ ਜਿਹੜੀ ਜ਼ਿਕਰ ਸੰਪਾਦਕੀ ਵਿੱਚ ਨਹੀਂ ਹੈ ਜੀ, ਉਹ ਕਿਤੇ ਆਨੰਦਪੁਰ ਸਾਹਿਬ ਦੇ ਮਤੇ ਦਾ ਜ਼ਿਕਰ ਨਹੀਂ ਹੈ, ਖੁਦ ਮੁਖਤਿਆਰੀ ਦਾ ਜ਼ਿਕਰ ਨਹੀਂ ਹੈ ਜੀ। ਕਿਧਰੇ ਵੀ ਸਿਰਫ ਸਾਰੇ ਹੀ ਧਰਮਯੁੱਧ ਮੋਰਚੇ ਨੂੰ ਕਪੂਰੀ ਦੇ ਨਾਲ ਸ਼ੁਰੂ ਕੀਤਾ ਗਿਆ, ਕਪੂਰੀ ਮੋਰਚੇ ਨਾਲ ਜੋੜ ਕੇ ਵੇਖਿਆ ਜੀ। ਔਰ ਇਹ ਵੀ ਜ਼ਿਕਰ ਨਹੀਂ ਹੈ ਕਿ ਆਖਰ ਅਕਾਲੀ ਦਲ ਨੇ ਉਸ ਵੇਲੇ ਸੰਤ ਜਰਨੈਲ ਸਿੰਘ ਦੇ ਮੋਰਚੇ ਨੂੰ ਕਿਉਂ ਅਪਣਾਇਆ ਸੀ ਜੀ। ਲੇਕਿਨ ਇਹ ਜਦੋਂ ਬਾਰ-ਬਾਰ ਇਸ ਗੱਲ ਦਾ ਆਉਂਦਾ ਕਿ ਦੋਗਲੀ ਨੀਤੀ, ਤੇ ਫਿਰ ਤੇ ਰੰਧਾਵਾ ਜੀ ਸਿੱਧਾ ਮਿਹਣਾ ਆ ਕਿ ਤੁਸੀਂ ਕੱਲ ਤੱਕ ਦੋਗਲੇ ਸੀ, ਹੁਣ ਤੇ ਦੋਗਲੇ ਨਾ ਬਣੋ। ਨਹੀਂ, ਪਰ ਮੈਂ ਇਹ ਸਮਝਦਾ ਹਾਂ
ਕਿ ਕੀ ਜੋ ਕਿਹਾ ਜਾ ਰਿਹਾ ਜੇ ਇਸੇ ਦਿਸ਼ਾ 'ਚ ਜਾਈਏ ਤੇ ਫਿਰ ਤੇ ਇਹ ਬਣਦਾ ਹੈ ਕਿ ਇਹਨਾਂ ਹੱਥਾਂ ਦੇ ਵਿੱਚ ਪੰਜਾਬ ਦਾ ਭਵਿੱਖ ਸੁਰੱਖਿਅਤ ਨਹੀਂ। ਜੋ ਸੰਪਾਦਕ ਸਾਹਿਬ ਕਹਿ ਰਹੇ ਆ, ਜਿਨ੍ਹਾਂ ਨੂੰ ਕਹਿ ਰਹੇ ਆ ਕਿ ਇਹਨਾਂ ਹੱਥਾਂ ਦੇ ਵਿੱਚ ਅਸੀਂ ਸੁਰੱਖਿਅਤ ਨਹੀਂ, ਕਿਉਂਕਿ ਜਦੋਂ ਅਸੀਂ ਕਿਸੇ ਨੂੰ ਉਹਦੇ ਪਿੱਛੇ ਤੋਂ ਲੈ ਕੇ ਅੱਗੇ ਤੱਕ ਲੈ ਆਉਂਦੇ ਆ ਤੇ ਫਿਰ ਅਸੀਂ ਇੱਕ ਤਰ੍ਹਾਂ ਨਾਲ ਐਲਾਨ ਕਰ ਰਹੇ ਹੁੰਦੇ। ਬਿਲਕੁਲ। ਹੁਣ ਜਾਂ ਤੇ ਇਹਦੇ ਤੇ ਕੋਈ ਵੱਖਰੇ ਤਰ੍ਹਾਂ ਦਾ ਟਰਨ ਆਊਗਾ, ਮੈਂ ਯੂ ਟਰਨ ਨਹੀਂ ਕਹਿੰਦਾ, ਟਰਨ ਆਊਗਾ, ਜਾਂ ਫਿਰ ਨਵੇਂ ਸਿਰਿਓਂ ਪੈਂਤੜੇਬਾਜ਼ੀ ਹੋਊਗੀ, ਰਿਸ਼ਤੇ ਨਵੇਂ ਸਿਰਿਓਂ ਘੜੇ ਜਾਣਗੇ। ਇਹ ਬਹੁਤ ਅਹਿਮ ਆ ਜਿਹੜੀ ਪਹਿਲੀ ਗੱਲ ਅਸੀਂ ਕਹੀ ਹੈ ਕਿ ਇਹਨਾਂ ਦੇ ਸ਼ਰੀਕਾਂ ਨਾਲ ਵੀ ਇਹਨਾਂ ਦੀ ਚੰਗੀ ਸਾਂਝ। ਦੇਖੋ ਜੋ ਹੁੰਦਾ ਆਇਆ ਅੱਜ ਤੱਕ ਉਹ ਇਹੋ ਹੀ ਆ ਕਿ ਜਦੋਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜਥੇਦਾਰ ਅਕਾਲ ਤਖਤ ਨੇ ਇੰਗਲੈਂਡ 'ਚ ਜਾ ਕੇ ਇਹ ਸੁਝਾਅ ਦੇ ਦਿੱਤਾ ਸੀ ਵੀ ਜੋ ਇਸ ਵੇਲੇ ਅਕਾਲੀ ਦਲ ਦੀ ਹਾਲਤ ਆ, ਜੋ ਉਹਦੀ ਤਸਵੀਰ ਸਾਹਮਣੇ ਆ, ਉਹਨੂੰ ਵੇਖਦਿਆਂ ਇਹਨਾਂ ਨੂੰ ਆਪਣੇ ਨਾਂ ਨਾਲੋਂ ਸ਼ਬਦ ਅਕਾਲੀ ਲਾ ਲੈਣਾ ਚਾਹੀਦਾ। ਤੇ ਉਸ ਤੋਂ ਬਾਅਦ ਇਹੋ ਹੀ ਹੋਇਆ ਸੀ ਕਿ ਇੱਕ ਦੇਰ ਸ਼ਾਮ 2 ਮੈਂਬਰੀ ਕਮੇਟੀ, ਸ਼੍ਰੋਮਣੀ ਕਮੇਟੀ ਦੇ 2 ਮੈਂਬਰ ਗਏ ਤੇ ਜਥੇਦਾਰ ਸਾਹਿਬ ਦਾ ਸਿਹਤ ਦੇ ਆਧਾਰ ਦੇ ਉੱਤੇ ਅਸਤੀਫਾ ਲੈ ਲਿਆ ਗਿਆ ਜੀ। ਉਹਦੇ ਤੋਂ ਬਾਅਦ ਇਹੋ ਕੁਝ ਤੁਹਾਨੂੰ ਗਿਆਨੀ ਗੁਰਬਚਨ ਸਿੰਘ ਹੋਰਾਂ ਨਾਲ ਵਾਪਰਿਆ ਮਿਲਦਾ ਕਿ ਜਦੋਂ ਦੇਖਿਆ ਹੁਣ ਸਾਰਾ ਮਾਹੌਲ ਸ਼ਾਂਤ ਹੋ ਗਿਆ ਬਰਗਾੜੀ ਤੋਂ, ਬਹਿਬਲ ਕਲਾਂ ਕਾਂਡ ਤੋਂ ਬਾਅਦ, ਤੇ ਉਸ ਵੇਲੇ ਇੱਕ ਦੇਰ ਸ਼ਾਮ ਇਹ ਵੀ ਸੁਨੇਹਾ ਆ ਗਿਆ ਵੀ ਗਿਆਨੀ ਗੁਰਬਚਨ ਸਿੰਘ ਹੋਰਾਂ ਦੀ ਸਿਹਤ ਵੀ ਨਾਸਾਜ਼ ਹੈ। ਜਦ ਕਿ ਇਹ ਦੋਨੇ ਹੀ ਸ਼ਖਸੀਅਤਾਂ ਜਿਹੜੀਆਂ ਨੇ ਸਾਬਕਾ ਜਥੇਦਾਰ ਨੇ, ਅੱਜ ਵੀ ਸਮਾਜ ਵਿੱਚ ਵਿਚਰ ਰਹੇ ਨੇ ਔਰ ਚੰਗੀ ਸਿਹਤ ਦੇ ਮਾਲਕ ਨੇ। ਉਹ ਠੀਕ ਹੈ ਆਪਣੀ ਜਗ੍ਹਾ, ਪਰ ਹੁਣ ਜਿਹੜਾ ਇਹ ਲਫ਼ਜ਼ ਦੁਹਰਾਇਆ ਗਿਆ ਕਿ ਆਰਜੀ ਜਥੇਦਾਰ, ਆਰਜੀ ਜਥੇਦਾਰ, ਇਹ ਸ਼ਬਦ ਜਿਹੜਾ ਕਿਤੇ ਨਾ ਕਿਤੇ ਚੁੱਭੇਗਾ ਔਰ ਇਹ ਅਰਥ ਰੱਖਦਾ ਹੈ। ਨਹੀਂ, ਮੈਨੂੰ ਇਹ ਦੱਸੋ, ਇਹਦਾ ਮਤਲਬ ਹੈ ਕਿ ਸੁਖਬੀਰ ਸਿੰਘ ਬਾਦਲ ਲਈ ਇੱਕ ਨਵਾਂ ਸੰਕਟ ਆ ਪਿਆ? ਕੋਈ ਸੰਕਟ ਨਹੀਂ ਹੁੰਦਾ। ਸਿਆਸਤ ਵਿੱਚ ਸੰਕਟ ਨਹੀਂ ਹੁੰਦੇ। ਸਿਆਸਤ ਦਾ ਨਾਂ ਸੰਕਟ ਤੋਂ ਕਿਤੇ ਉੱਪਰ ਹੈ। ਅੱਛਾ, ਬਸ ਫਰਕ ਹੀ ਨਹੀਂ ਪੈਂਦਾ ਕੁਛ ਨਹੀਂ। ਜੋ ਰੋਸ ਨੇ, ਜੋ ਇਤਰਾਜ਼ ਨੇ, ਉਹ ਇਹੋ ਹੀ ਕਿਹਾ ਜਾ ਸਕਦਾ ਕਿ ਭਾਈ ਪ੍ਰਵਾਨ ਨਹੀਂ ਹੋ। ਸੱਚੀ ਇਹ ਵੈਸੇ ਗਲਤ ਜੀਆਂ ਗੱਲਾਂ ਕਰੀ ਜਾਂਦੇ ਸਰਦਾਰ ਸਾਹਿਬ। ਇਦਾਂ ਐਡੀ ਛੇਤੀ ਗਲਤ ਨਹੀਂ ਕਰ ਰਹੇ। ਐਡੀ ਛੇਤੀ ਰਿਸ਼ਤੇ ਨਹੀਂ ਟੁੱਟਦੇ ਹੁੰਦੇ। ਇਹ ਰਿਸ਼ਤੇ ਇਸੇ ਤਰ੍ਹਾਂ ਬਣਦੇ ਨੇ, ਇੱਦਾਂ ਟੁੱਟ ਜਾਂਦੇ, ਇਸੇ ਤਰ੍ਹਾਂ ਟੁੱਟ ਜਾਂਦੇ ਨੇ। ਜੇ ਥੋੜਾ ਜਿਹਾ ਵੀ ਬਰੀਕੀ ਨਾ ਜਾਓਗੇ, ਇਦਾਂ ਦੀ ਭਵਿੱਖਬਾਣੀ ਨਾ ਕਰੋ। ਅਗਲਿਆਂ ਦੀ ਸਿਆਸਤ ਦਾ ਸਵਾਲ ਹੈ। ਕੋਈ ਸਿਆਸਤ ਨਹੀਂ ਹੈ। ਹਾਂ, ਜਦੋਂ ਜਿਹੜਾ ਸ਼ਖਸ ਰਾਹ ਦੇ ਵਿੱਚ ਖਲੋਂਦਾ ਹੋਵੇ, ਸਿਆਸਤ ਜਿਹੜੀ ਆ ਉਹਨੂੰ ਬਰਦਾਸ਼ਤ ਨਹੀਂ ਕਰਦੀ ਜੀ। ਔਰ ਪਹਿਲੀ ਵਾਰੀ ਹੋਇਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਜਿਹੜਾ ਕੌਮ ਦੇ ਨਾਂ ਸੰਦੇਸ਼ ਸੀ 6 ਜੂਨ ਦਾ, ਉਹ ਤੇ ਬਾਹਰ ਕਿਤੇ ਨਜ਼ਰ ਨਹੀਂ ਆਇਆ। ਔਰ ਇਸ ਪ੍ਰੈਸ ਕਾਨਫਰੰਸ ਦੇ 2 ਸਵਾਲਾਂ ਦੇ 2 ਜਵਾਬਾਂ ਨੇ ਐਡਾ ਵੱਡਾ ਭੁਚਾਲ ਜਿਹੜਾ ਲੈ ਆਂਦਾ। ਤੇ ਦੇਖੋ ਗੱਲ ਸਰਦਾਰ ਸਾਹਿਬ, ਭੁਚਾਲ ਤੇ ਤਾਂ ਹੀ ਆਇਆ ਜੇ ਅਸੀਂ ਮੌਕਾ ਦਿੱਤਾ। ਹਾਂ, ਪਹਿਲੀ ਗੱਲ ਤੇ ਇਹ ਹੈ ਕਿ ਜਦੋਂ ਸਾਰਾ ਕੁਝ ਹੋ ਜਾਂਦਾ, ਉਦੋਂ ਵੀ ਕੀਤਾ, ਦੁਬਾਰਾ ਗੱਲ ਕਰਨ ਦੀ ਲੋੜ ਨਹੀਂ ਕਿ ਪ੍ਰੈਸ ਕਾਨਫਰੰਸ ਦੀ ਲੋੜ ਨਹੀਂ ਹੁੰਦੀ। ਕਾਹਦੇ ਲਈ ਲੋੜ ਆ? ਤੁਸੀਂ ਰਿਟਨ ਸਟੇਟਮੈਂਟ ਦੇ ਦਿਓ। ਤੁਹਾਡੇ ਕਹਿਣ ਨਾਲ ਕੀ ਬਦਲਣ ਵਾਲਾ ਜਿਹੜਾ ਤੁਸੀਂ ਪ੍ਰੈਸ ਕਾਨਫਰੰਸਾਂ ਕਰਦੇ ਫਿਰਦੇ ਹੁਣ ਜਦੋਂ ਰੰਧਾਵਾ ਜੀ ਸਗੋਂ ਰਾਤ ਅਸੀਂ ਹੁਣ ਗੱਲ ਇਹ ਨਹੀਂ ਕਿ ਜੀ ਜਿਸ ਬੰਦੇ ਨੂੰ ਕੋਈ ਸਮਝ ਨਹੀਂ ਸਿਧਾਂਤ ਦੀ, ਮੇਰੇ ਵਰਗੇ ਨੂੰ, ਉਹ ਵੀ ਫੇਸਬੁੱਕ ਦੇ ਉੱਤੇ ਬਾਕੀ ਜਗ੍ਹਾ ਤੇ ਟਿੱਪਣੀਆਂ ਦੇ ਰਿਹਾ ਔਰ ਇੱਕ ਦੁਬਦਮਾ ਕ੍ਰੀਏਟ ਹੋ ਰਹੀ ਆਪਣੇ ਹੀ ਜਿਹੜਾ ਸਾਡੇ ਮਾਹੌਲ 'ਚ ਗੰਦਲਾਪਣ ਆ ਰਿਹਾ, ਧਰਮ 'ਚ ਗੰਦਲਾਪਣ ਆਉਂਦਾ। ਇਹ ਜਿਹੜੇ ਕਟਾਕਸ਼ ਨੇ, ਇਹ ਜਿਹੜੇ ਗੁੱਸੇ ਨੇ, ਨਾਰਾਜ਼ਗੀਆਂ ਨੇ, ਜਾਂ ਕਿਸੇ ਦੇ ਹੱਕ 'ਚ ਹੋਣਾ, ਕਿਸੇ ਦੇ ਖਿਲਾਫ ਹੋਣਾ, ਲੋਕਾਂ ਨੂੰ ਵੰਡ ਰਹੀਆਂ ਨੇ। ਇੱਕ ਦੂਜੇ ਨਾਲ ਲੜਿਆ ਜਾ ਰਿਹਾ, ਵਿਚਾਰਧਾਰਕ ਤੌਰ ਤੇ ਵੀ ਅੰਦਰ ਖਟਾਸ ਪੈਦਾ ਹੋ ਰਹੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਤਾਂ ਮੋਹ ਮੁਹੱਬਤ ਵਾਲਾ ਸੁਨੇਹਾ ਹੁੰਦਾ ਹੈ। ਠੀਕ ਹੈ, 6 ਜੂਨ ਵਾਲੇ ਦਿਨ ਇਹ ਸਖਤ ਸੁਨੇਹਾ ਜਾਂਦਾ ਹੈ, ਇਹ 'ਚ ਕੋਈ ਦੋ ਰਾਵਾਂ ਨਹੀਂ। ਗੁੱਸਾ ਹੁੰਦਾ, ਰੋਸ ਹੁੰਦਾ, ਉਹ ਬਣਦਾ ਹੈ ਕਿਉਂਕਿ ਜਾਤੀ ਇੰਨੀ ਵੱਡੀ ਹੋਈ ਹੈ। ਲੇਕਿਨ ਉਹਦੇ ਲਈ ਅਸੀਂ ਕਿਹੜਾ ਕੋਈ ਬੰਨ੍ਹਣ ਨੂੰ ਬੰਨਿਆ? ਅਸੀਂ ਇੰਨੇ ਸਾਲ ਬੀਤ ਜਾਣ ਬਾਅਦ ਅੱਜ ਤੱਕ ਚਲੋ ਹੋਰ ਕੋਈ ਨਹੀਂ ਸੀ, ਅਸੀਂ ਕੋਈ ਟਰੁੱਥ ਕਮਿਸ਼ਨ ਬਣਾ ਲਈ। ਸਹੀ ਗੱਲ। ਸ਼੍ਰੋਮਣੀ ਕਮੇਟੀ ਕੋ ਸਾਧਨ ਸੀਗੇ, ਜਿੱਥੇ ਜਿੱਥੇ ਲੋੜ ਸੀ। ਬਾਦਲ ਕਿਹਾ ਨੇ 97 ਚ ਕਿਹਾ ਸੀ, ਨਹੀਂ ਹੋਇਆ। ਜਦੋਂ ਅਸੀਂ ਹਰ ਵਾਰ ਇਹੀ ਕਿਹਾ ਕਿ ਹੁਣ ਸਮਾਂ ਨਹੀਂ ਹੈ ਜੀ, ਬੀਤੇ ਨੂੰ ਭੁੱਲ ਜਾਓ। ਹਰ ਵਾਰ ਸਿਆਸਤ ਇਹੋ ਹੀ ਆ। ਅੱਜ ਵੀ, ਕੱਲ ਵੀ ਇਹੋ ਕਿਹਾ ਜਾਂਦਾ ਕਿ ਜਦੋਂ ਪਹਿਲਾਂ ਵਾਅਦੇ ਹੋਰ ਸੀ ਆਜ਼ਾਦੀ ਤੋਂ ਪਹਿਲਾਂ, ਆਜ਼ਾਦੀ ਮਿਲ ਗਈ ਤੇ ਫਿਰ ਕਿਹਾ ਜੀ ਬੀਤੇ ਨੂੰ ਭੁੱਲ ਜਾਓ। ਉਹੀ ਗੱਲ ਜਿਹੜੀ ਹੈ ਸਾਡੀ ਸਿਆਸਤ 'ਚ ਮਦੂਜਾ 'ਚ ਆ ਗਈ ਕਿ ਜਦੋਂ ਸੱਤਾ ਨਹੀਂ ਹੈ ਉਦੋਂ ਰੱਜ ਕੇ ਖੋਰੂ ਪਾਓ, ਧਰਮ ਦੇ ਨਾਂ 'ਤੇ, ਧਰਮ ਦੀ ਆੜ ਹੇਠ, ਪੰਥ ਖਤਰੇ ਦਾ ਕਰਕੇ ਨਾਰਾ ਦੇ ਕੇ
ਸੱਤਾ ਹਾਸਲ ਕਰੋ, ਜੀ। ਜਦੋਂ ਸੱਤਾ ਮਿਲ ਜੇ ਫਿਰ ਕਹਿਣਾ ਜੀ ਛੱਡੋ ਜੀ ਬੀਤੇ ਨੂੰ ਕੀ ਵਿਚਾਰਨ ਦੀ ਲੋੜ ਹੈ। ਲੇਕਿਨ ਸਵਾਲ ਇਹੋ ਹੀ ਹੁਣ ਵੀ ਇਹੋ ਹੀ ਆ ਕਿ ਸਾਰਾ ਕੁਝ ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਅਕਾਲ ਤਖਤ ਸਾਹਿਬ ਤੋਂ ਕੋਈ ਫੈਸਲਾ, ਇਹ ਫੈਸਲਾ ਨਹੀਂ ਹੈ, ਹਾਲਾਂਕਿ ਪ੍ਰੈਸ ਸਟੇਟਮੈਂਟ ਹੈ। ਜਦੋਂ ਅਕਾਲ ਤਖਤ ਸਾਹਿਬ ਤੋਂ ਉੱਤੋਂ ਫੈਸਲੇ ਜਿਹੜੇ ਵਿਵਾਦਤ ਆਉਂਦੇ ਨੇ ਉਦੋਂ ਵੀ ਬੋਲਣਾ ਸਾਡਾ ਫਰਜ਼ ਬਣਦਾ ਸੀ। ਨਹੀਂ, ਗੱਲ ਇਹ ਹੈ ਸਰਦਾਰ ਸਾਹਿਬ ਕਿ ਇਸ ਤਰ੍ਹਾਂ ਦੇ ਮਸਲਿਆਂ ਨਾਲ ਅੱਗੇ ਨੁਕਸਾਨ ਹੋਇਆ। ਹਾਂ, ਛੋਟੀਆਂ ਸਟੇਟਮੈਂਟਸ ਤੋਂ ਗੱਲ ਵੱਧ ਜਾਂਦੀ ਹੈ। ਹੁਣ ਕਈ ਬੰਦੇ ਸਾਨੂੰ ਇਹ ਕਹੀ ਜਾਂਦੇ, ਮੈਂ ਦੇਖਿਆ ਸਾਨੂੰ ਵੀ ਕਹਿ ਰਹੇ ਕਿ ਤੁਸੀਂ ਬਹੁਤ ਸਿਆਣੇ ਹੋ, ਬੁੱਧੀਜੀਵੀ ਹੋ, ਤੁਸੀਂ ਗੱਲ ਕਰਦੇ ਹੋ, ਜਥੇਦਾਰ ਠੀਕ ਕਹਿ ਰਹੇ। ਅਸੀਂ ਕਹਿੰਦੇ ਠੀਕ ਕਹਿ ਰਹੇ, ਜਥੇਦਾਰ ਸਾਹਿਬ ਦਾ ਰਾਈਟ ਬਣਦਾ, ਉਹ ਠੀਕ ਹੈ, ਉਹ ਕਹਿਣ, ਲੇਕਿਨ ਜਦੋਂ ਕਹਿਣਾ ਹੈ ਬੁਨਿਆਦ ਤੇ ਕਹਿਣ। ਹਾਂ, ਠੀਕ ਹੈ ਜੀ। ਹਵਾ 'ਚ ਮਾਰੀਆਂ ਡੀਂਗਾਂ ਨੇ ਕਿੰਨੇ ਲੋਕਾਂ ਦੇ ਘਰ ਉਜਾੜਤੇ, ਗੱਲ ਉਹ ਨਹੀਂ ਕੀ। ਨੁਕਸਾਨ ਕਿਹਦਾ ਹੋਇਆ? ਨੁਕਸਾਨ ਜਿਹੜੇ ਲੋਕ ਬਹਾਦਰ ਬਣੇ ਆ, ਅੱਜ ਕੱਲ ਵੱਡੀਆਂ ਗੱਲਾਂ ਕਰ ਰਹੇ ਨਾ, ਉਹਨਾਂ ਦੇ ਘਰ ਕੋ ਮਰਿਆ ਨਹੀਂ। ਜਿਨ੍ਹਾਂ ਦੇ ਘਰ ਦੇ ਵਿੱਚ ਲੋਕ ਮਰੇ ਆ ਨਾ, ਜਿਨ੍ਹਾਂ ਨੇ ਲਾਸ਼ਾਂ ਢੋਈਆਂ, ਉਹਨਾਂ ਨੂੰ ਪੁੱਛੋ। ਦੂਜੀ ਗੱਲ ਇਹ ਹੈ ਕਿ ਬਹੁਤ ਛੋਟੀਆਂ ਗੱਲਾਂ ਤੋਂ ਮਸਲੇ ਵੱਧ ਗਏ, ਕਿਸੇ ਨੇ ਐਡਰੈਸ ਨਹੀਂ ਕੀਤੇ। ਅਕਾਲੀ ਲੀਡਰਸ਼ਿਪ ਜਿਹੜੀ ਉਦੋਂ ਦੀ ਸੀਗੀ, ਉਹਨੇ ਸਮੇਂ ਰਹਿੰਦਿਆਂ ਮਸਲੇ ਹੱਲ ਨਹੀਂ ਕੀਤੇ। ਸੰਤ ਜਰਨੈਲ ਸਿੰਘ ਵਰਗੇ ਲੋਕ ਬਹੁਤ ਜਜ਼ਬਾਤੀ ਸੀਗੇ, ਉਹ ਲੋਕ ਸੀਗੇ ਬਹੁਤ ਜਜ਼ਬਾਤੀ ਸੀ। ਉਹ ਲੋਕ ਧਰਮ ਦੇ ਵਿੱਚ ਬਹੁਤ ਜ਼ਿਆਦਾ ਕਾਰਾਮਦ ਹੋ ਸਕਦੇ ਸੀ, ਉਹ ਧਰਮ ਦੇ ਖੇਤਰ ਵਿੱਚ ਵੱਡੀ ਸੇਵਾ ਦੇ ਸਕਦੇ ਸੀ, ਲੇਕਿਨ ਉਹ ਜਿਸ ਰਸਤੇ ਤੇ ਗਏ ਉੱਥੋਂ ਸ਼ਹਾਦਤ ਮਿਲੀ। ਲੇਕਿਨ ਅਸੀਂ ਕਿੰਨੇ ਕੁ ਸਾਲਾਂ ਦੇ ਵਿੱਚ ਆਪਣੇ ਆਪ ਨੂੰ ਖੜਾ ਕੀਤਾ? ਮੇਰਾ ਹਾਲ ਵੇਖ ਲਓ, ਮੇਰੇ ਵਰਗੇ ਹੀ ਹੈ ਸਾਰੇ। ਕਿੰਨੇ ਕੁ ਅਸੀਂ ਜਥੇਦਾਰ ਬਣ ਗਏ ਜੀ, ਕਿੰਨਾ ਕੁ ਕੌਮੀ ਫਾਇਦਾ ਹੋਇਆ, ਕਿੰਨੇ ਕੁ ਬੱਚੇ ਤੁਹਾਡੇ ਵਿਦੇਸ਼ਾਂ 'ਚ ਜਾ ਕੇ ਸਿਰ ਮੂੰਹ ਨਹੀਂ ਕਟਾਉਂਦੇ ਮੇਰੇ ਵੱਲ। ਅਸੀਂ ਸਾਰੇ ਲੋਕ ਜਿਹੜੇ ਆ ਮਤਲਬ ਨਾਲ, ਵਕਤ ਨਾਲ, ਸਹੂਲਤਾਂ ਨਾਲ, ਮਟੀਰੀਅਲ ਦੇ ਨਾਲ ਹੋ ਤੁਰੇ, ਹੋਣਾ ਹੀ ਸੀਗਾ। ਇਹ ਦੁਨੀਆ ਦਾ ਦਸਤੂਰ ਆ, ਔਰ ਇੱਕ ਅਸੀਂ ਇਕੱਲੇ ਤੇ ਵੱਖਰੇ ਤੇ ਹੈ ਨਹੀਂ। ਸਵਾਲ ਇਹ ਹੈ ਕਿ ਜੇ ਉਹ ਲੋਕ ਹੁੰਦੇ, ਧਰਮ ਦੇ ਖੇਤਰ 'ਚ ਹੁੰਦੇ, ਉਹਨਾਂ ਦੀ ਗੱਲ ਦਾ ਅਸਰ ਸੀ ਜੀ। ਸ਼ਹਾਦਤ ਸਾਡਾ ਕਨਸੈਪਟ ਆ, ਸ਼ਹਾਦਤ ਸਾਡੀ ਰਵਾਇਤ ਆ, ਸ਼ਹਾਦਤ ਸਾਡਾ ਸਿਲਸਿਲਾ ਹੈ, ਲੇਕਿਨ ਬਿਨਾਂ ਮਤਲਬ ਸ਼ਹਾਦਤ ਦੇਣਾ ਬੇਵਕੂਫੀ। ਲੇਕਿਨ ਇਹਦੇ ਨਾਲ ਹੀ ਅੱਜ ਦੀ ਇਸ ਸੰਪਾਦਕੀ ਦੇ ਨਾਲ ਮੈਂ ਕਲੀਅਰ ਕਹਿ ਦਿਆਂ, ਮੈਂ ਜਿਨ੍ਹਾਂ ਲੋਕਾਂ ਨੇ ਸ਼ਹਾਦਤ ਦਿੱਤੀ ਹੈ ਉਹਨਾਂ ਦਾ ਬਹੁਤ ਸਨਮਾਨ ਹੈ। ਮੈਂ ਅੱਗੇ ਦੀ ਗੱਲ ਕਰਦਾ ਕਿ ਬਿਨਾਂ ਮਤਲਬ ਸ਼ਹਾਦਤ ਦੇਣੀ। ਹੁਣ ਮੈਂ ਇੱਕ ਆਖਰੀ ਗੱਲ ਕਹਿ ਕੇ ਤੁਸੀਂ ਅੱਗੇ ਗੱਲ ਤੋਰਿਓ। ਜਿਹੜੇ ਬਹੁਤ ਸਿਆਣੇ ਆ ਉਹ ਜ਼ਰਾ ਇੱਥੇ ਵਿਚਾਰ ਕਰਨ। ਗੱਲ ਤੁਸੀਂ ਤੇ ਕਰਤੀ, ਤੇ ਜਿਹੜੇ ਜਵਾਨ ਖੂਨ ਹੈ ਉਹ ਫੇਸਬੁੱਕ ਤੇ, ਇੰਸਟਾਗ੍ਰਾਮ ਤੇ, ਟਵਿੱਟਰ ਤੇ, YouTube ਤੇ ਪਤਾ ਨਹੀਂ ਕਿੱਥੇ ਕਿੱਥੇ ਕਮੈਂਟ ਕਰਦੇ ਆ, ਪੋਸਟਾਂ ਪਾਉਂਦੇ ਆ। ਸਾਰੀਆਂ ਜਿੰਨੀਆਂ ਵੀ ਧਿਰਾਂ ਨੇ ਸੱਤਾ ਵਾਲੀਆਂ, ਸਰਕਾਰਾਂ ਵਾਲੀਆਂ, ਨਜ਼ਰ ਰਹਿੰਦੀ ਉਹਨਾਂ ਦੀ। ਕੋਈ ਜ਼ਿਆਦਾ ਜੋਸ਼ ਵਿਖਾ ਜੇ, ਦੋ ਸ਼ਬਦ ਵੱਧ ਲਿਖ ਦੇ, ਗੱਲ ਸਮਝਦੇ? ਕਿੰਨੇ ਬੱਚੇ ਜਿਹੜੇ ਆ ਉਹ ਅੰਡਰ ਸਕੈਨਰ ਆਉਂਦੇ ਆ। ਇਹ ਬਣਦਾ ਵੀ ਆ, ਜਿਹੜੀ ਵੀ ਸਟੇਟ ਹੈ, ਸਟੇਟ ਨੇ ਨਜ਼ਰ ਰੱਖਣੀ ਹੁੰਦੀ। ਤੁਹਾਡੇ ਉਹ ਬੱਚੇ ਜਿਹੜੇ ਸਿਰਫ ਜਜ਼ਬਾਤੀ ਆ, ਜਿਨ੍ਹਾਂ ਦਾ ਕਿਤੇ ਕਿਸੇ ਗੱਲ 'ਚ ਕੋਈ ਲੈਣ ਦੇਣ ਨਹੀਂ ਹੁੰਦਾ, ਬਿਨਾਂ ਮਤਲਬ ਉਹ ਪਰੇਸ਼ਾਨੀ ਚਾਹੁੰਦੇ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਇਹਨਾਂ ਦੇ ਛੋਟੇ ਨੁਕਸਾਨ ਨਹੀਂ। ਕਿਸੇ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹੱਥ ਨਹੀਂ ਪਾਉਣਾ, ਕਿਸੇ ਨੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਜਾ ਕੇ ਨਹੀਂ ਕਹਿਣਾ। ਸਾਡੇ ਵਰਗਿਆਂ ਨੂੰ ਵੀ ਬਹੁਤ ਵਾਰੀ ਇੱਕ ਸਹੂਲਤ ਹੁੰਦੀ ਹੈ ਕਿ ਅਸੀਂ ਤੁਹਾਡੇ ਸਾਹਮਣੇ ਆਉਂਦੇ ਹਾਂ, ਸਾਨੂੰ ਵੀ ਕੋਈ ਕਹਿਣ ਤੋਂ ਪਹਿਲਾਂ ਇਹ ਝਿਜਕ ਹੁੰਦੀ ਹੈ ਕਿ ਪਬਲਿਕ ਪਲੇਟਫਾਰਮ ਤੇ। ਲੇਕਿਨ ਜਿਹੜੇ ਬੱਚੇ ਜਜ਼ਬਾਤ ਦੇ ਵਿੱਚ ਜੋਸ਼ ਖਾ ਜਾਂਦੇ ਆ, ਸੋਚ ਕੇ ਦੇਖੋ, ਜੇਕਰ ਉਹਨਾਂ ਨਾਲ ਕੋਈ ਨੇਕੀ ਹੁੰਦੀ ਹੈ, ਉਹ ਜੇ ਕਿਸੇ ਟਾਰਗੇਟ ਤੇ ਆ ਜਾਂਦੇ ਆ, ਜੇ ਕਿਸੇ ਇਸ ਤਰ੍ਹਾਂ ਦੀ ਅਣਚਾਹੀ ਤਾਕਤ ਦੇ ਜਿਹੜੀਆਂ ਤਾਕਤਾਂ ਅਸਥਿਰ ਕਰਨਾ ਚਾਹੁੰਦੀਆਂ, ਸਿੱਖੀ ਦੇ ਵਿੱਚ ਵੀ ਨੁਕਸਾਨ ਕਰਨਾ ਚਾਹੁੰਦੀਆਂ, ਜੇ ਉਹਨਾਂ ਦੇ ਚੱਕਰ 'ਚ ਪੈ ਜਾਂਦੇ ਆ, ਤੁਸੀਂ ਦੱਸੋ ਕਿ ਘਰ ਕਿਹਦਾ ਜਾਂਦਾ? ਜਾਂ ਤੁਹਾਡਾ ਪੁੱਤ ਜਾਂਦਾ, ਜਾਂ ਤੁਹਾਡਾ ਭਰਾ ਜਾਂਦਾ, ਫਿਰ ਕਚਹਿਰੀਆਂ ਦੇ ਚੱਕਰ, ਜੇਲ੍ਹਾਂ ਦੇ ਚੱਕਰ। ਜੇ ਉਹੀ ਬੱਚੇ ਸਿਰ ਲੈ ਕੇ ਆਉਣ, ਪੜ੍ਹਨ ਲਿਖਣ, ਵਿਚਾਰਨ, ਇਤਿਹਾਸ ਦੇਖਣ, ਸਿਧਾਂਤ ਦੇਖਣ, ਗੁਰਬਾਣੀ ਵੱਲ ਜਾਣ, ਘੱਟੋ ਘੱਟ ਸਾਨੂੰ ਪਤਾ ਤੇ ਲੱਗੇ ਕਿ ਸਾਨੂੰ ਗੁਰੂ ਨਾਨਕ ਸਾਹਿਬ ਨੇ ਰਾਹ ਕਿਹੜਾ ਵਿਖਾਇਆ। ਸਾਨੂੰ ਰਾਹ ਜਿਹੜਾ ਵਾ ਉਹ ਅਧਿਐਨ ਦਾ ਦਿਖਾਇਆ। ਅਧਿਐਨ ਕਿੱਥੇ ਆ? ਮਤਲਬ ਮੈਂ ਕੋਈ ਇਸ ਮਾਮਲੇ ਦੇ ਵਿੱਚ ਵਿਦਵਾਨ ਨਹੀਂ ਜਿਹੜਾ ਬਕਵਾਸ ਕਰਦਾ ਰਵਾਂ। ਸਵਾਲ ਤੇ ਇਹ ਆ ਕਿ ਅਧਿਐਨ ਜਿਹੜਾ ਉਹ ਬਹੁਤ ਅਹਿਮ ਸੀਗਾ, ਉਹ ਤਾਂ ਦੂਰ ਰਹਿ ਗਿਆ, ਕੋਹਾਂ ਦੂਰ ਰਹਿ ਗਿਆ। ਕੌਣ ਕਿਤਾਬ ਪੜ੍ਹਦਾ? ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਕਿਤਾਬ ਨਾਲ ਮੋਹ ਰੱਖਦੇ ਆ, ਲੇਕਿਨ ਸਵਾਲ ਇਹ ਆ ਕਿ ਤੁਸੀਂ ਹਰ ਗੱਲ ਨੂੰ ਸਪਸ਼ਟ ਨਹੀਂ ਕਰਦੇ ਤੇ ਸ਼ੱਕ ਦੇ ਘੇਰੇ ਚ ਆਉਂਦੇ ਹੋ। ਦੂਜੀ ਗੱਲ, ਕਿੰਨੀਆਂ ਸੋਹਣੀਆਂ ਤੁਹਾਡੀਆਂ ਸਪੀਚਸ ਨੇ, ਭਾਸ਼ਣ ਕਿੰਨੇ ਸੋਹਣੇ। ਹੁਣ ਇਸ ਮੁੱਦੇ ਦੇ ਉੱਤੇ ਜਿੰਨਾ ਤੁਹਾਡੇ ਤੇ ਹਮਲਾ ਹੋਇਆ, ਤੁਸੀਂ ਕਾਰਜਕਾਰੀ ਜਥੇਦਾਰ ਹੋ, ਅਗਲੇ ਮਿੰਟ ਲਾਉਂਦੇ ਆ ਜੀ ਬਦਲਣ ਲੱਗੇ, ਹੈ ਕਿ ਨਹੀਂ ਜੀ? ਸਾਨੂੰ ਇੱਕ ਵਿਦਵਾਨ ਜਥੇਦਾਰ ਤੋਂ ਹੱਥ ਧੋਣੇ ਪੈ ਸਕਦੇ। ਜਿਹੜੇ ਅਸੀਂ ਸਵਾਲ ਉਠਾਏ ਸੀ, ਅਸੀਂ ਜਥੇਦਾਰ ਸਾਹਿਬ ਨੂੰ ਹਰਗਿਜ਼ ਧਿਆਨ 'ਚ ਨਹੀਂ ਰੱਖ ਕੇ ਉਠਾਏ ਸੀ। ਜਥੇਦਾਰ ਸਾਡੇ ਲਈ ਸਨਮਾਨਯੋਗ ਵੀ ਨੇ, ਔਰ ਮੈਨੂੰ ਲੱਗਦਾ ਕਿ ਕੰਪੈਰੀਟਿਵਲੀ ਬਿਹਤਰ ਜਥੇਦਾਰ ਆ। ਲੇਕਿਨ ਜਿਸ ਸਥਿਤੀ 'ਚੋਂ ਫਸ ਗਏ ਆ,
ਇਹ ਸਥਿਤੀ ਜਿਹੜੀ ਬਚਿਆ ਜਾ ਸਕਦਾ ਸੀ। ਲੇਕਿਨ ਸਵਾਲ ਇਹ ਆ ਕਿ ਹੁਣ ਇਸ ਸੰਪਾਦਕੀ ਦੀ ਮੈਂ ਆਖਰੀ ਲਾਈਨ ਪੜ੍ਹਨ ਲੱਗਾ ਜੀ। ਉਹ ਕਹਿੰਦੇ ਕਿ ਜੇਕਰ ਅੱਜ ਸਿੱਖ ਸੰਸਥਾਵਾਂ ਦੇ ਥਾਪੇ ਮੁਖੀ ਹੀ ਸੌੜੀਆਂ ਸੋਚਾਂ ਅਪਣਾ ਕੇ ਇਹਨਾਂ ਦਾ ਪ੍ਰਚਾਰ ਕਰਨ ਲੱਗਣ ਤਾਂ ਬਿਨਾਂ ਸ਼ੱਕ ਉਹ ਸਿੱਖ ਵਿਚਾਰਧਾਰਾ ਨੂੰ ਅਣਗੌਲਿਆ ਕਰਕੇ ਇਸ ਦੀਆਂ ਕਦਰਾਂ ਕੀਮਤਾਂ ਤੋਂ ਪਿਛਾਂਹ ਹਟ ਰਹੇ ਹਨ। ਇਸ ਲਈ ਸਿੱਖ ਜਗਤ ਉਹਨਾਂ ਨੂੰ ਮੁਆਫ ਨਹੀਂ ਕਰੇਗਾ। ਤੇ ਲੇਕਿਨ ਇਹ ਸੰਪਾਦਕੀ ਉਸ ਵੇਲੇ ਆ ਰਹੀ ਹੈ ਜਦੋਂ 6 ਜੂਨ ਤੋਂ ਬਾਅਦ ਜਿਹੜੇ 2 ਦਿਨ ਨੇ 7 ਤੇ 8 ਬਾਰ-ਬਾਰ ਸੋਸ਼ਲ ਮੀਡੀਆ ਦੇ ਉੱਤੇ ਇਹ ਆਵਾਜ਼ ਉਠਾਈ ਜਾ ਰਹੀ ਹੈ ਔਰ ਕੁਝ ਸਿਆਸੀ ਧਿਰਾਂ ਜਿਹਦੇ ਵਿੱਚ ਆਮ ਆਦਮੀ ਪਾਰਟੀ ਵੀ ਸ਼ਾਮਲ ਹੈ ਔਰ ਇਹ ਪ੍ਰਚਾਰ ਸ਼ੁਰੂ ਹੋ ਗਿਆ ਕਿ ਜੋ ਕੁਝ ਜਥੇਦਾਰ ਸਾਹਿਬ ਨੇ ਸਵਾਲਾਂ ਦੇ ਜਵਾਬ ਦਿੱਤੇ ਆ ਕੀ ਇਹ ਕਿਤੇ ਪਿੱਛੋਂ ਆਏ ਸਨ ਜੀ, ਕੀ ਇਹ ਕਿਤੇ ਕੋਈ ਪੂਰੀ ਤਰ੍ਹਾਂ ਸਵੈ ਪਹਿਲਾਂ ਤੋਂ ਨਿਰਧਾਰਤ ਕੋਈ ਐਸਾ ਪ੍ਰੋਗਰਾਮ ਸੀ। ਹਾਂ, ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਅਸੀਂ ਦੇਰ ਨਾਲ ਜਾਗਾਂਗੇ, ਜੀ, ਅਸੀਂ ਪਹਿਲੇ ਦਿਨ ਵੀ ਗੱਲ ਕੀਤੀ ਸੀ, ਲੇਕਿਨ ਹੁਣ ਜਦੋਂ ਸੰਪਾਦਕੀ ਆ ਰਹੀ ਉਦੋਂ ਬਾਰ-ਬਾਰ ਇਹ ਆ ਰਿਹਾ ਕਿ ਜਦੋਂ ਅਸੀਂ ਵਾਕਿਆ ਹੀ ਪੰਜਾਬ ਦੇ ਹਿੱਤੂ ਹਾਂ ਤੇ ਫਿਰ ਅਸੀਂ ਦੇਰ ਨਾਲ ਕਿਉਂ ਜਾਗੇ। ਬਿਲਕੁਲ, ਫਿਰ ਸਾਨੂੰ ਵੀ ਉਸੇ ਨੀਂਦ ਉਸੇ ਵਕਤ ਜਾਗ ਬਾਣਾ ਬਣਦਾ ਸੀ, ਕਿਉਂਕਿ ਜੇ ਸਿਆਸੀ ਪਾਰਟੀਆਂ ਦਾ ਦੋਗਲਾ ਰੂਪ ਤੁਹਾਡੇ ਸਾਹਮਣੇ ਹੈ ਉਹ ਪੰਜਾਬ ਲਈ ਘਾਤਕ ਹੈ ਤੇ ਸਾਡੇ ਵੱਲੋਂ ਕਿਸੇ ਵੀ ਮੁੱਦੇ ਦੀ ਪੁਣ ਛਾਣ ਕਰਕੇ ਉਸ ਪ੍ਰਤੀ ਅਵੇਸਲਾਪਣ ਜਿਹੜਾ ਉਹ ਵੀ ਘਾਤਕ ਹੈ। ਮੈਨੂੰ ਲੱਗਦਾ ਕਿ ਇਹ ਆਉਂਦੇ ਦਿਨ ਹੀ ਇਹ ਮਸਲਾ ਹੋਰ ਰੂਪ ਲਊਗਾ। ਬਿਲਕੁਲ। ਤੇ ਮੈਨੂੰ ਇਹ ਕਹਿੰਦਿਆਂ ਤਕਲੀਫ ਹੋਊਗੀ ਕਿ ਖੁਦਾ ਨਾ ਖਾਸਤਾ ਇਹਦੇ ਵਿੱਚ ਜਥੇਦਾਰ ਸਾਹਿਬ ਨੂੰ ਪਿਛਾਂਹ ਹੋਣਾ ਪੈ ਜਾਏ। ਹਾਂ, ਇਹ ਜਿਸ ਤਰ੍ਹਾਂ ਦੇ ਇਸ਼ਾਰੇ ਨੇ ਅਸੀਂ ਚਾਹਾਂਗੇ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਬਰਕਰਾਰ ਰਹਿਣੇ ਚਾਹੀਦੇ। ਸਿਆਣੇ ਜਥੇਦਾਰ ਫੈਸਲੇ ਚੰਗੇ ਲੈਂਦੇ ਆ, ਹਾਲਾਂਕਿ ਉਹਨਾਂ ਨੇ 1-2 ਫੈਸਲਿਆਂ 'ਚ ਕਾਗਜ਼ ਮੰਗਾ ਕੇ ਕੀਤਾ ਕੱਖ ਨਹੀਂ। ਹਾਂਜੀ, ਉਹ ਵੀ ਲੋਕ ਪੁੱਛਦੇ ਆ ਕਿ ਕਈ ਮਸਲੇ ਜਿਹੜੇ ਅਧਵਾਟੇ ਛੱਡ ਤੇ, ਕਈ ਮਸਲਿਆਂ ਦੇ ਉੱਤੇ ਠੀਕ ਫੈਸਲੇ ਨਹੀਂ ਲਏ ਜਿਹਦੇ 'ਚ ਸਟੇਜ ਵਾਲਾ ਮਸਲਾ ਵੀ ਸੀ, ਲੇਕਿਨ ਫਿਰ ਵੀ ਕੁੱਲ ਮਿਲਾ ਕੇ ਜਦੋਂ ਉਹਨਾਂ ਦੇ ਜਜ਼ਬਾਤ ਵੇਖੀਦੇ ਆ ਤੇ ਫਿਰ ਇੰਝ ਲੱਗਦਾ ਕਿ ਘੱਟੋ ਘੱਟ ਸੰਵੇਦਨਸ਼ੀਲ ਮਨ ਤੇ ਅੰਦਰ ਹੈਗਾ। ਸੋ ਅਸੀਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਇਹ ਜਿਹੜੀ ਸਟੇਟਮੈਂਟ ਆ ਇਹਨੂੰ ਇਹ ਮਹਿਸੂਸ ਕਰਦੇ ਆ ਕਿ ਇਹਦੇ ਤੇ ਧੁੰਦ ਜਿਹੜੀ ਆ ਹੁਣ ਛੱਡ ਜਾਣੀ ਚਾਹੀਦੀ। ਇਹਦੇ ਕੋਈ ਬਹੁਤੇ ਅਰਥ ਨਹੀਂ ਬਚਦੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ।